ਪੰਜਾਬੀ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀਆਂ ਵੱਡੀਆਂ ਖਬਰਾਂ। ਪੰਜਾਬ ਕੈਬਨਿਟ ਵਿੱਚ ਹੋਇਆ ਵੱਡਾ ਫੇਰ-ਬਦਲ। ਕੈਬਨਿਟ ਮੰਤਰੀ ਮੀਤ ਹੇਅਰ ਤੋਂ ਵਾਪਸ ਲਿਆ ਮਾਈਨਿੰਗ ਵਿਭਾਗ। ਮਾਨ ਸਰਕਾਰ ਦਾ ਵੱਡਾ ਤੋਹਫਾ, ਕੰਡੀ ਵਿੱਚ ਖੁੱਲਣਗੇ 70 ਮੁਹੱਲਾ ਕਲੀਨਿਕ। ਸੂਬੇ ਵਿੱਚ 100 ਹੋਰ ਬਣ ਕੇ ਤਿਆਰ। ਨਵੇਂ ਵਰੇ ਹੋ ਸਕਦੀਆਂ ਹਨ ਪੰਚਾਇਤੀ ਅਤੇ ਨਗਰ ਨਿਗਮ ਚੋਣਾਂ। ਚੋਣ ਕਮਿਸ਼ਨ ਨੇ ਤਿਆਰੀ ਕੀਤੀ ਪੂਰੀ। ਕਥਿਤ ਨਾਜਾਇਜ਼ ਮਾਈਨਿੰਗ ਤੇ ਨਵਜੋਤ ਸਿੱਧੂ ਨੇ ਘੇਰੀ ਮਾਨ ਸਰਕਾਰ, ਸਾਧੇ ਵੱਡੇ ਨਿਸ਼ਾਨੇ। ਹੁਣ ਖਬਰਾਂ ਵਿਸਤਾਰ ਦੇ ਨਾਲ। ਪੰਜਾਬ ਕੈਬਨਿਟ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮੰਤਰੀਆਂ ਦੇ ਵਿਭਾਗਾਂ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ, ਜਿਨ੍ਹਾਂ ਕੋਲ ਪਹਿਲਾਂ 5 ਵਿਭਾਗ ਸਨ, ਉਹਨਾਂ ਕੋਲੋਂ 4 ਵਿਭਾਗ ਲੈ ਲਏ ਗਏ ਹਨ। ਉਹਨਾਂ ਕੋਲ ਸਿਰਫ ਹੁਣ ਇੱਕ ਹੀ ਵਿਭਾਗ ਬਚਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਗੁਰਮੀਤ ਸਿੰਘ ਮੀਤ ਹੇਅਰ ਖੇਡ ਮੰਤਰੀ ਬਣੇ ਰਹਿਣਗੇ। ਦੂਜੇ ਪਾਸੇ ਚੇਤਨ ਸਿੰਘ ਜੋੜਾ ਮਾਜਰਾ ਨੂੰ ਮਾਈਨਿੰਗ ਵਿਭਾਗ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜੋੜਾ ਮਾਜਰਾ ਕੋਲ ਡਿਫੈਂਸ ਸਰਵਿਸ, ਵੈਲਫੇਅਰ, ਸੁਤੰਤਰਤਾ ਸੈਲਾਨੀ, ਮਾਈਨਿੰਗ ਵਿਭਾਗ, ਸੂਚਨਾ ਅਤੇ ਪਬਲਿਕ ਰਿਲੇਸ਼ਨ ਵਿਭਾਗ ਅਤੇ ਹੋਰ ਵਿਭਾਗ ਹਨ। ਹੁਣ ਚੇਤਨ ਸਿੰਘ ਜੋੜਾ ਮਾਜਰਾ ਕੋਲ ਕੁੱਲ 7 ਵਿਭਾਗ ਹੋ ਗਏ ਹਨ। ਜ਼ਿਕਰ ਹੋਇਆ ਕਿ ਇਸ ਤੋਂ ਪਹਿਲਾਂ ਗੁਰਮੀਤ ਸਿੰਘ ਮੀਤ ਹੇਅਰ ਕੋਲ ਸਾਇੰਸ, ਟੈਕਨੋਲੋਜੀ, ਵਾਤਾਵਰਣ ਵਿਭਾਗ ਸੀ, ਜੋ ਕਿ ਸੀਐਮ ਭਗਵੰਤ ਮਾਨ ਸਾਂਭਣਗੇ। ਮੁੱਖ ਮੰਤਰੀ ਭਗਵੰਤ ਮਾਨ ਕੋਲ 11 ਵਿਭਾਗ ਹੋ ਚੁੱਕੇ ਹਨ। ਸੂਬੇ ਵਿੱਚ ਹੁਣ ਤੱਕ 659 ਮੁਹੱਲਾ ਕਲੀਨਿਕ ਖੋਲੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਮਾਨ ਸਰਕਾਰ ਨੇ ਲੋਕਾਂ ਨੂੰ ਇੱਕ ਹੋਰ ਵੱਡਾ ਤੋਹਫਾ ਦਿੱਤਾ ਹੈ। ਪੰਜਾਬ ਦੇ ਸਿਹਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਵਿੱਚ ਜਲਦ ਹੀ 100 ਹੋਰ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਇਹ ਪੂਰੀ ਤਰ੍ਹਾਂ ਤਿਆਰ ਹਨ ਅਤੇ ਜਲਦ ਹੀ ਇਹਨਾਂ ਵਿੱਚ ਸਿਹਤ ਸੇਵਾਵਾਂ ਸ਼ੁਰੂ ਹੋ ਜਾਣਗੀਆਂ। ਇਸ ਦੇ ਨਾਲ ਹੀ ਸੂਬੇ ਵਿੱਚ ਕੁੱਲ ਮੁਹੱਲਾ ਕਲੀਨਿਕਾਂ ਦੀ ਗਿਣਤੀ 759 ਹੋ ਜਾਵੇਗੀ। ਸਿਹਤ ਮੰਤਰੀ ਨੇ ਕਿਹਾ ਕਿ ਕੰਢੀ, ਗੁਰਦਾਸਪੁਰ, ਹੁਸ਼ਿਆਰਪੁਰ ਵਿੱਚ ਆਵਾਂਦੀ ਕਲੀਨਿਕਾਂ ਦੀ ਘਾਟ ਹੈ। ਇਸ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੰਢੀ ਵਿੱਚ 70 ਹੋਰ ਮੁਹੱਲਾ ਕਲੀਨਿਕ ਖੋਲ੍ਹਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹਨਾਂ ਇਲਾਕੇ ਵਿੱਚ ਜਲਦੀ ਹੀ ਮੁਹੱਲਾ ਕਲੀਨਿਕ ਬਣਾਏ ਜਾਣਗੇ। ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਹੋਰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਹਨਾਂ ਦੱਸਿਆ ਕਿ ਪੰਜਾਬ ਦੇ ਹਰ ਕੋਨੇ ਵਿੱਚ ਮੁਹੱਲਾ ਕਲੀਨਿਕ ਸ਼ੁਰੂ ਕੀਤੇ ਜਾਣਗੇ। ਆਉਣ ਵਾਲੇ ਸਮੇਂ ਦੇ ਵਿੱਚ 100 ਕਲੀਨਿਕ ਸਾਡੇ ਹੋਰ ਰੈਡੀ ਹੈ ਜੀ, ਖੋਲ੍ਹਣ ਜਾ ਰਹੇ ਹਾਂ ਅਸੀਂ। ਕੰਢੀ ਏਰੀਏ ਦੀ ਜ਼ਿਆਦਾ ਦਿੱਕਤ ਸੀ ਜੀ, ਪਠਾਨਕੋਟ, ਗੁਰਦਾਸਪੁਰ ਔਰ ਹੁਸ਼ਿਆਰਪੁਰ ਦੇ ਵਿੱਚ। ਉਹਦੇ ਮੁੱਖ ਮੰਤਰੀ ਸਾਹਿਬ ਨੇ 70 ਕਲੀਨਿਕ ਸਾਨੂੰ ਐਕਸਟਰਾ ਹੋਰ ਦੇ ਦਿੱਤੇ। ਪਹਿਲਾਂ 100 ਰੈਡੀ ਹੈ ਜੀ, 70 ਉਹ ਖੋਲ੍ਹਣਗੇ। ਇਸੇ ਤਰ੍ਹਾਂ ਸਾਰੇ ਪੰਜਾਬ ਦੇ ਵਿੱਚ ਆਮ ਆਦਮੀ ਕਲੀਨਿਕ ਔਰ ਡਿਸਟ੍ਰਿਕਟ ਹਸਪੀਟਲ, ਸਾਰੇ ਡਿਸਟ੍ਰਿਕਟ ਹਸਪੀਟਲ ਦੇ ਵਿੱਚ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਐਕਸਰੇ, ਔਰ ਅਸੀਂ ਪਟਿਆਲੇ ਤੋਂ ਸ਼ੁਰੂਆਤ ਕਰ ਦਿੱਤੀ ਹੈ ਸਾਡੇ ਮੁੱਖ ਮੰਤਰੀ ਸਾਹਿਬ ਨੇ। ਔਰ ਇਹਨਾਂ ਦੇ ਵਿੱਚ ਇੰਟੈਂਸਿਵ ਕੇਅਰ ਯੂਨਿਟ, ਕਿਸੇ ਨੂੰ ICU ਬੈੱਡ ਚਾਹੀਦਾ, ਕਿਸੇ ਨੂੰ ਕੋਈ ਵੈਂਟੀਲੇਟਰ ਚਾਹੀਦਾ। ਉਹ ਪਹਿਲਾਂ ਕੀ ਸੀਗਾ ਕਿ ਕਿਸੇ ਵੀ ਡਿਸਟ੍ਰਿਕਟ ਹਸਪੀਟਲ 'ਚ ਨਹੀਂ ਸੀਗਾ। ਅਸੀਂ ਆਉਣ ਵਾਲੇ 6 ਮਹੀਨੇ ਦੇ ਵਿੱਚ ਸਾਰੇ ਡਿਸਟ੍ਰਿਕਟ ਹਸਪੀਟਲ ਦੇ ਵਿੱਚ ਐਕਸਰੇ ਵੀ ਹੋਏਗਾ, ਅਲਟਰਾਸਾਊਂਡ ਵੀ ਹੋਏਗਾ ਔਰ ਉਹਦੇ 'ਚ ਇੰਟੈਂਸਿਵ ਕੇਅਰ ਯੂਨਿਟ ਵੀ ਹੋਏਗਾ, ਜਿਹਦੇ 'ਚ ਵੈਂਟੀਲੇਟਰ ਵੀ ਹੋਏਗਾ। ਕਈ ਵਾਰੀ ਪੇਸ਼ੈਂਟ ਨੂੰ PGI ਤੋਂ ਰੈਫਰ ਕਰ ਦਿੰਦੇ ਕਿ ਇਹਦੇ ਹੁਣ ਹੈਮਰੇਜ ਹੋ ਗਈ ਹੈ ਜੀ, ਇਹਨੂੰ 2 ਜਾਂ 3 ਮਹੀਨੇ ਰੱਖਣਾ ਤੁਸੀਂ ਵੈਂਟੀਲੇਟਰ 'ਤੇ। ਪ੍ਰਾਈਵੇਟ ਹਸਪੀਟਲ ਦੇ ਵਿੱਚ ਚੰਗੇ ਭਲੇ ਬੰਦੇ, ਆਪਣੇ ਵਰਗੇ ਬੰਦੇ ਵੀ ਅਫੋਰਡ ਨਹੀਂ ਕਰ ਸਕਦੇ ਸੀ। ਸੋ ਇਹ ਜਿਹੜੀ ਖੁਸ਼ਖਬਰੀ ਆ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨੀ ਸੀ ਜੀ। ਪੰਜਾਬ 'ਚ ਹੋਣ ਜਾ ਰਹੀਆਂ ਪੰਚਾਇਤੀ ਅਤੇ ਨਗਰ ਨਿਗਮਾਂ ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਪਾਰਟੀਆਂ ਵੱਲੋਂ ਵੀ ਆਪਣੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਸੂਬਾ ਚੋਣ ਕਮਿਸ਼ਨ ਵੱਲੋਂ ਵੀ ਚੋਣ ਪ੍ਰਬੰਧਾਂ ਦੀਆਂ ਤਿਆਰੀਆਂ ਮੁਕੰਮਲ ਕਰ ਲਈ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਇਹ ਚੋਣਾਂ ਜਨਵਰੀ ਮਹੀਨੇ ਵਿੱਚ ਕਰਵਾਏ ਜਾਣ ਦਾ ਅਨੁਮਾਨ ਹੈ। ਸੂਤਰਾਂ ਮੁਤਾਬਕ ਮੁੱਖ ਮੰਤਰੀ ਦਫ਼ਤਰ ਵੱਲੋਂ ਕੁਝ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਦਸੰਬਰ ਮਹੀਨੇ ਦੀ 15 ਤਰੀਕ ਤੋਂ ਬਾਅਦ ਚੋਣ ਜ਼ਾਬਤਾ ਲਾਗੂ ਕੀਤਾ ਜਾ ਸਕਦਾ ਹੈ। ਇਸ ਨੂੰ ਲੈ ਕੇ ਤਿਆਰੀਆਂ ਪੂਰੀਆਂ ਕਰ ਲਿੱਤੀਆਂ ਗਈਆਂ ਹਨ। ਤੁਹਾਨੂੰ ਦੱਸ ਦੇ ਕਿ ਅਗਲੇ ਵਰੇ ਜਨਵਰੀ ਵਿੱਚ ਪਟਿਆਲਾ, ਅੰਮ੍ਰਿਤਸਰ ਅਤੇ ਜਲੰਧਰ ਦੀਆਂ ਮਿਊਨਿਸਪਲ ਕਾਰਪੋਰੇਸ਼ਨਾਂ ਆਪਣਾ ਕਾਰਜਕਾਲ ਪੂਰਾ ਕਰ ਰਹੀਆਂ ਹਨ। ਇਸ ਤੋਂ ਇਲਾਵਾ 26 ਮਾਰਚ ਤੱਕ ਲੁਧਿਆਣਾ ਨਗਰ ਨਿਗਮ ਦਾ ਵੀ ਕਾਰਜਕਾਲ ਪੂਰਾ ਹੋ ਜਾਵੇਗਾ। ਇਸ ਲਈ ਇਹਨਾਂ ਨਗਰ ਨਿਗਮਾਂ ਦੇ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਇਹ ਚੋਣ ਪ੍ਰਕਿਰਿਆ ਪੂਰੀ ਹੋਣੀ ਲਾਜ਼ਮੀ ਹੈ। ਇਸ ਸਾਲ ਦੇ ਖਤਮ ਹੋਣ ਦੇ ਨਾਲ ਹੀ ਸੂਬੇ ਦੀਆਂ ਕਰੀਬ 13,000 ਗ੍ਰਾਮ ਪੰਚਾਇਤਾਂ ਦਾ ਵੀ ਕਾਰਜਕਾਲ ਪੂਰਾ ਹੋ ਜਾਵੇਗਾ। ਇਸ ਤੋਂ ਬਾਅਦ ਇਹਨਾਂ ਪੰਚਾਇਤਾਂ ਲਈ ਵੀ ਸੂਬਾ ਸਰਕਾਰ ਨੂੰ ਚੋਣਾਂ ਕਰਵਾਉਣੀਆਂ ਪੈਣਗੀਆਂ। ਇਸ ਦੇ ਲਈ ਛੇਤੀ ਹੀ ਕੋਈ ਐਲਾਨ ਕੀਤਾ ਜਾ ਸਕਦਾ ਹੈ। ਸੂਤਰਾਂ ਅਨੁਸਾਰ ਇਹਨਾਂ ਚੋਣਾਂ ਨੂੰ ਵੀ ਜਨਵਰੀ ਦੇ ਤੀਜੇ ਹਫ਼ਤੇ ਵਿੱਚ ਕਰਵਾਇਆ ਜਾ ਸਕਦਾ ਹੈ। ਕਾਂਗਰਸੀ ਆਗੂ ਨਵਜੋਤ ਸਿੱਧੂ ਨੇ ਮਾਈਨਿੰਗ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਥਿਤ ਨਜਾਇਜ਼ ਮਾਈਨਿੰਗ ਨੂੰ ਲੈ ਕੇ ਤੰਜ ਕੱਸਿਆ। ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿੱਚ ਨਜਾਇਜ਼ ਮਾਈਨਿੰਗ ਹੋ ਰਹੀ ਹੈ ਤੇ ਸਰਕਾਰ ਚੁੱਪ ਕਰਕੇ ਬੈਠੀ ਹੋਈ ਹੈ। नकाबपोश और बहरूपिया सरकार दा मुखौटा मैं बार बार ला के सुटिया। आखे जी ना खाण देंगे ते ना खावांगे, खांदे भी ने टका के ते खवाउंदे भी ने रज के। ਉਹਦਾ ਪ੍ਰਮਾਣ ਦੇਉਂ ਤੁਹਾਨੂੰ। ਅੱਜ ਬੰਦਾ ਹਵਾਈ ਗੱਲ ਕਰੇ, ਕੋਈ ਇੰਡੀਵਿਜੂਅਲ ਗੱਲ ਕਰੇ, ਮੈਂ ਸਮਝ ਸਕਦਾ, ਲੇਕਿਨ ਇਹ ਸਟੇਟ ਦੇ ਪੱਖ ਦੀ ਗੱਲ ਹੈ। ਸਟੇਟ ਦੇ ਖਜ਼ਾਨੇ ਨੂੰ
ਇਹ ਨੰਗੇ ਚਿੱਟੇ ਡਕੈਤੀ ਮਾਰ ਰਹੇ ਆ। 15 सितंबर को हाई कोर्ट ने रूपनगर के एसएसपी को बुलाया और फटकार लगाई और कहा कि तुम फेल हो। अगर वो एसएसपी को कह रहा है तो एसएसपी सरकार का ही नुमाइंदा है। तुम फेल हो, तुमने इलीगल माइनिंग को कर्टेल नहीं किया। और यह उस वक्त की बात है जब तरन तारन में एसएसपी गुरमीत चौहान का तबादला किया जाता है एमएलए की शिकायत पे। देखिए एमएलए पुलिस की शिकायत कर रहा है, ओ मैनू माइनिंग नहीं करने देंगे जी। हाँ जी, मेरे रिश्तेदार पे केस डाल दिया, हमारी माइनिंग रोक दी इन्होंने, हमारा तो धंधा ही चौपट हो गया। ये शिकायत है एमएलए की। पंजाब में जितने धंधे हैं उन पे इनका कब्जा है। बिजनेस पंजाब को बेचना और गिरवी रखना, यही धंधा है। मैं डंके की चोट पे कह रहा हूं कि उसके बाद 15 सितंबर के बाद एक शिकायत विशाल सैनी साहब दर्ज करते हैं 23 अक्टूबर को, और वो इनकी पॉलिसी को साथ में लगा के शिकायत दर्ज करते हैं। और गांव है नानगरा कलमोट ते खेड़ा कलमोट। आप कलमोट को भूल जाइए क्योंकि ये दोनों, इनके जो हदबस्त नंबर हैं वो एक ही है, ये दोनों एक ही जगह है। इसमें पॉलिसी ये कहती है कि मैनुअल माइनिंग अलाउड है, मैनुअल माइनिंग अलाउड है। मैनुअल माइनिंग का मतलब टिप्पर नहीं लग सकता उसमें, ठीक है जी। वहां जेई बैठ के, सरकार का जेई बैठ के, ठीक है, हजारों टिप्पर से रेत निकाल रहा है। आप इमेजिन कर सकते हैं इसका मतलब क्या हुआ? इसका मतलब यह है कि यह सरकार की सरपरस्ती में चल रहा है। यह कोई पिन तो है नहीं कि जेब में डाल के चल दिए। हजारों टिप्पर जा रहे हैं। मुझे एक ट्रक अगर इंपाउंड हुआ वो बताएं, एक ट्रक। हजूर वहां पहाड़ थे, पहाड़ों को खोद के साफ कर दिया, उसके बाद जमीन से 30 फुट नीचे चले गए। 10 फुट से नीचे जा ही नहीं सकते। इतना नीचे चले गए कि जमीन का पानी बाहर आ गया। और एनवायरमेंट क्लियरेंस है नहीं, कोई एनवायरमेंट क्लियरेंस नहीं। ये वो लोग हैं छुपे रुस्तम, नकापोश, जो ये कह के आए थे कि हम माइनिंग कॉरपोरेशन बनाएंगे, हम शराब की कॉरपोरेशन। शराब की चोरी तो पकड़ी गई, अब दर दर भटक रहे हैं, भाग रहे हैं। हाँ? ये उससे भी बड़ी चोरी है। बहुत सी सरकारें माइनिंग पे गिरी हैं। सर केजरीवाल ने क्या थी माइनिंग? केजरीवाल, मैं सवाल बात चलूंगा, केजरीवाल ने की कैसे पूछो? माइनिंग बारे बोलिया थी कि जो रेत तो पंजाब नहीं नहीं, केजरीवाल साहब ने कहा, मैं बार बार कह चुके हैं। हाँ, मतलब फोके बंदे, फोके भोली जी सूरत 1000 रुपये की कमीज जी पा के जे करता है 40 करोड़ रुपया तो मकान ते लाता है। 6 लाख 7 लाख रुपये इन्होंने कहने ते की है, ये तो झूठ बेचते हैं मित्रा, ये तो झूठ बेचते हैं। उसने कहा था 20,000 करोड़ रुपया निकालूंगा। बड़ा अच्छा सवाल किया। 20,000 करोड़ पहले साल दूंगा। 145 आया। कितना? 145। झारखंड 8,000 करोड़, आंध्र प्रदेश 5,000 करोड़। गुरु चुप। आंध्र प्रदेश 5,000 करोड़, ठीक है जी। तेलंगाना 4,000 करोड़ एक साल का। दरिया 300-400 किलोमीटर, यहां 1,300 किलोमीटर। 170 साल की सप्लाई है, प्राइस फिक्स नहीं की। किसी दुकान पे गए हो कभी? बगैर प्राइस बिकती हो गई। टूथपेस्ट प्राइस नहीं पता, जिन्ने दी लानी लाओ यार, महंगी कर दूं कल नूं, आज सस्ती कर दूं। कभी देखी है कोई चीज बिकती? या शराब भी बिकती है, रेत भी बिकती है। जो 2,000 रुपए की ट्रॉली थी
इन्होंने कहा था 1,500 में देंगे गरीब को, गरीब के मकान बनवाएंगे। वो आज कांग्रेस की सरकार में 2 साल पहले, 1.5 साल पहले 3300 में मिलती थी 3 सैकड़ा, आज 21,000 रुपए सैकड़ा। किसके पास, किसकी जेब में जा रहा है ये किसका एरिया है? फॉर्मर मिनिस्टर का एरिया नहीं है। उसका रिश्तेदार है ताराचंद, जो ठेकेदार है, टिक्का सिंह। टिक्का ते तारा, नत्था सिंह एंड प्रेम सिंह वन एंड दी सेम थिंग। गल ठेकेदार दी नहीं, गल पीछे कौन है भाई, कठपुतली नचाता कौन है, वो है। तभी तो मैं कहता हूं यार दब गया ठेकेदारी सिस्टम के नीचे। जहां जहां ठेकेदारी सिस्टम नहीं है, कोई 8,000 करोड़ साल, कोई 6,000 करोड़, कोई 5,000 करोड़। कई ऐसे स्टेट हैं जिनके और माइनिंग रिसोर्सेज हैं 50,000 करोड़ रुपए एक साल। ये क्या हो रहा भाई? ये साफ, इससे जब आप रिश्तेदार की बात करते हैं, जेई की बात करते हैं, जब आप कोई एनवायरमेंट क्लियरेंस ना होने की बात करते हैं, जब आप मैनुअल माइनिंग की जगह हजारों टिप्पर निकाल रहे हैं, जब आप पहाड़ों को खोद के स्थल से 30 फुट नीचे जाके जमीन का पानी निकाल देते हैं, वहां एक बहुत लंबा पुल है, सबने वार्निंग दे दी है कि कभी भी गिर सकता है बिकॉज ऑफ दिस। मान साहब केड़े मुंह ना कहना ईमानदार है मित्रा, केड़े मुंह ना कहना, कौन खांदा है दस तो दे। मैं तो तेरा वड्डा भरा, तू कुछ भी करी जा, सवाल पूछनों नहीं हटदा मैं, समझा नहीं? तेरे को जवाब है नहीं इसका।